एक नौजवान ने बड़ी प्यारी घटना लिखी जो ਉਹਦੇ ਨਾਲ ਵਾਪਰੀ। ਕਹਿੰਦਾ ਮੈਂ ਡਾਕਟਰ ਦੇ ਕੋਲ ਗਿਆ ਚੈੱਕ ਕਰਾਉਣ ਵਾਸਤੇ। ਕਹਿੰਦੇ ਮੈਂ ਆਪਣੀ ਕੁਰਸੀ ਦੇ ਉੱਤੇ ਬੈਠਾ ਬਾਹਰ ਇੰਤਜ਼ਾਰ ਕਰ ਰਿਹਾ ਸਾਂ ਵਾਰੀ ਦਾ। ਕਹਿੰਦੇ ਜਦੋਂ ਆਈ ਮੇਰੀ ਵਾਰੀ ਡਾਕਟਰ ਦੇ ਕਮਰੇ ਦੇ ਵਿੱਚ ਮੈਂ ਗਿਆ ਤੇ ਡਾਕਟਰ ਵੱਡੀ ਉਮਰ ਦਾ ਸੀ ਤੇ ਮੈਨੂੰ ਕਹਿੰਦਾ ਹਾਂ ਪੁੱਤਰ ਦੱਸ ਤੈਨੂੰ ਕੀ ਪ੍ਰੋਬਲਮ ਹੈ, ਤੈਨੂੰ ਕੀ ਤਕਲੀਫ ਹੈ। ਤੇ ਉਸ ਵੇਲੇ ਕਹਿੰਦਾ ਮੈਂ ਇੰਨੀ ਗੱਲ ਕਹੀ ਡਾਕਟਰ ਸਾਹਿਬ ਮੇਰੀਆਂ ਅੱਖਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜਲਨ ਹੈ, ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ਕੀ ਤੇ ਰੁੱਖਾਪਨ ਮੈਨੂੰ ਮਹਿਸੂਸ ਹੋ ਰਿਹਾ ਹੈ। ਆਹ ਚੀਜ਼ ਦਾ ਇਲਾਜ ਕਰਵਾਉਣ ਵਾਸਤੇ ਮੈਂ ਤੁਹਾਡੇ ਕੋਲ ਆਇਆ। ਤੇ ਜਦੋਂ ਡਾਕਟਰ ਨੇ ਅੱਖਾਂ ਦਾ ਕਹਿੰਦਾ ਮੇਰੀਆਂ ਟੈਸਟ ਕੀਤੇ ਨਾ, ਟਾਰਚ ਦੇ ਨਾਲ ਵੀ ਅੱਖਾਂ ਦੇਖੀਆਂ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਸੀ ਉਹਦੇ ਕੋਲ ਜਿਹੜੀਆਂ ਸਹੂਲਤਾਂ, ਅੱਖਾਂ ਮੇਰੀਆਂ ਜਦੋਂ ਟੈਸਟ ਕੀਤੀਆਂ ਮਸ਼ੀਨਾਂ ਰਾਹੀਂ ਤੇ ਕਹਿੰਦੇ ਡਾਕਟਰ ਨੇ ਮੈਨੂੰ ਇੱਕ ਬੜਾ ਅਜੀਬ ਸਵਾਲ ਕੀਤਾ। ਡਾਕਟਰ ਕਹਿੰਦਾ ਪੁੱਤਰ ਇੱਕ ਗੱਲ ਤੇ ਦੱਸ ਆਖਰੀ ਵਾਰੀ ਤੂੰ ਰੋਇਆ ਕਦੋਂ ਸੈਂ? ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਨਾ ਧੰਨ ਬਾਬਾ। ਡਾਕਟਰ ਨੇ ਬੜੀ ਅਜੀਬ ਗੱਲ ਕਹੀ, ਪੁੱਤਰ ਦੱਸ ਤੇ ਸਹੀ ਤੂੰ ਅਖੀਰਲੀ ਵਾਰੀ ਰੋਇਆ ਕਦੋਂ ਸੈਂ? ਤੇ ਕਹਿੰਦਾ ਇੱਕ ਤਜਰਬੇਕਾਰ ਵੱਡੀ ਉਮਰ ਦੇ ਡਾਕਟਰ ਨੇ ਜਦੋਂ ਇਹ ਮੇਰੇ ਕੋਲੋਂ ਅਜੀਬ ਜਿਹਾ ਸਵਾਲ ਕੀਤਾ ਨਾ ਤੇ ਉਸ ਵੇਲੇ ਮੈਂ ਇੰਨੀ ਗੱਲ ਕਹਿਤੀ ਡਾਕਟਰ ਸਾਹਿਬ ਰੋਣਾ ਕਿਹੜੀ ਚੰਗੀ ਗੱਲ ਹੁੰਦੀ ਹੈ, ਰੋਣਾ ਕਿਹੜਾ ਵਧੀਆ ਹੁੰਦਾ। ਤੁਸੀਂ ਮੇਰੇ ਕੋਲੋਂ ਪੁੱਛਿਆ ਕਿ ਤੂੰ ਅਖੀਰਲੀ ਵਾਰੀ ਕਦੋਂ ਰੋਇਆ ਤੇ ਨਾਲ ਖਾਸ ਕਰਕੇ ਬੰਦਿਆਂ ਵਾਸਤੇ, ਮਰਦਾਂ ਵਾਸਤੇ। ਕਹਿੰਦਾ ਮੈਂ ਇਹ ਲਫ਼ਜ਼ ਬੋਲੇ ਕਿ ਰੋਣਾ ਕਿਹੜੀ ਚੰਗੀ ਗੱਲ ਹੁੰਦੀ ਹੈ। ਤੇ ਅੱਗੋਂ ਪਤਾ ਕਹਿੰਦੇ ਡਾਕਟਰ ਨੇ ਮੈਨੂੰ ਇੱਕ ਗੱਲ ਕਹੀ, ਪੁੱਤਰ ਕਦੀ ਕਦਾਈ ਰੋ ਲੈਣਾ ਚੰਗੀ ਗੱਲ ਹੁੰਦੀ। ਆਖੋ ਵਾਹਿਗੁਰੂ। ਜੇ ਰੋਂਦੇ ਨਹੀਂ ਨਾ, ਜੇ ਕੋਈ ਰੋਂਦਾ ਨਹੀਂ ਹੈ ਤੇ ਉਹਨਾਂ ਦੀਆਂ ਅੱਖਾਂ ਤੇ ਦਿਲ ਦੋਵੇਂ ਹੀ ਪੱਥਰ ਹੋ ਜਾਂਦੇ ਨੇ। ਜਿਹੜੇ ਰੋਂਦੇ ਨਹੀਂ ਨਾ ਉਹਨਾਂ ਦੀਆਂ ਅੱਖਾਂ ਵੀ ਤੇ ਦਿਲ ਵੀ ਦੋਵੇਂ ਪੱਥਰ ਹੋ ਜਾਂਦੇ ਨੇ। ਸੋ ਕਦੀ ਕਦੀ ਕਾਰਨ ਖੈ ਤੇ ਭਾਵੇਂ ਕਾਰਨ ਨਹੀਂ ਵੀ ਹੈ, ਕਦੀ ਕਦੀ ਕਾਰਨ ਅੱਖੀਆਂ ਵਿੱਚੋਂ ਨੀਰ ਵਹਾ ਕੇ ਦਿਲ ਹੌਲਾ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਆਖੋ ਵਾਹਿਗੁਰੂ। ਕਹਿੰਦੇ ਡਾਕਟਰ ਮੈਨੂੰ ਇੰਨੀ ਗੱਲ ਕਹਿ ਰਿਹਾ ਕਿ ਕਾਰਨ ਕਦੀ ਕਦਾਈ ਅੱਖੀਆਂ ਦੇ ਵਿੱਚੋਂ ਨੀਰ ਵਹਾਉਣਾ ਕੋਈ ਗਲਤ ਗੱਲ ਨਹੀਂ ਹੁੰਦੀ। ਸੋ ਪੁੱਤਰਾ ਤੂੰ ਵੀ ਕਦੀ ਕਦਾਈ ਰੋ ਲਿਆ ਕਰ। ਇਹ ਖੁਸ਼ਕੀ, ਇਹ ਅੱਖਾਂ ਦੇ ਵਿੱਚ ਜਿਹੜੇ ਤੇਰਾ ਰੁੱਖਾਪਨ ਆਇਆ ਹੋਇਆ, ਇਹ ਆਟੋਮੈਟਿਕ ਬਿਮਾਰੀ ਤੇਰੀ ਦੂਰ ਹੋ ਜਾਣੀ। ਤੇ ਉਸ ਵੇਲੇ ਨਾ ਕਹਿੰਦੇ ਮੈਂ ਡਾਕਟਰ ਨੂੰ ਇੱਕ ਗੱਲ ਕਹੀ। ਕਹਿੰਦੇ ਡਾਕਟਰ ਤਜਰਬੇਕਾਰ ਵੀ ਸੀ, ਉਮਰ ਦਾ ਵੀ ਵੱਡਾ ਸੀ ਤੇ ਕਹਿੰਦੇ ਗੁਰਮੁਖ ਵੀ ਸੀ, ਰੂਹਾਨੀਅਤ ਵੀ ਉਹਦੇ ਕੋਲੋਂ ਝਲਕਦੀ ਸੀ। ਕਹਿੰਦੇ ਮੈਂ ਡਾਕਟਰ ਨੂੰ ਇੱਕ ਗੱਲ ਕਹੀ, ਡਾਕਟਰ ਸਾਹਿਬ ਪਰ ਕਿੱਦਾਂ, ਕਦੋਂ, ਕਿਹੜੇ ਬਹਾਨੇ ਨਾਲ ਮੈਂ ਰੋਇਆ ਕਰਾਂ? ਬਸ ਆਹ ਗੱਲ ਅੱਜ ਨੋਟ ਕਰਨੀ ਹੈ, ਦਿਲਾਂ 'ਚ ਵਸਾਉਣੀ ਹੈ, ਮੈਂ ਵੀ ਤੁਸੀਂ ਵੀ। ਡਾਕਟਰ ਸਾਹਿਬ ਦੱਸੋ ਤੇ ਸਹੀ ਕਦੋਂ, ਕਿਵੇਂ, ਕਿਹੜੇ ਬਹਾਨੇ ਦੇ ਨਾਲ ਮੈਂ ਰੋਇਆ ਕਰਾਂ? ਮੈਨੂੰ ਤੇ ਆ ਕਾਰਨ ਰੋਣਾ ਆਉਂਦਾ ਨਹੀਂ, ਬਿਨਾਂ ਕਾਰਨ ਤੋਂ ਰੋਣਾ ਨਹੀਂ ਆਉਂਦਾ, ਇਹਦਾ ਵੀ ਕੋਈ ਹੱਲ ਦੱਸ ਦਿਓ। ਤੇ ਉਸ ਵੇਲੇ ਕਹਿੰਦੇ ਡਾਕਟਰ ਨੇ ਪਤਾ ਕੀ ਕਿਹਾ, ਇਕਾਂਤ ਵਿੱਚ ਜਦੋਂ ਕਦੀ ਰੱਬ ਦੀ ਬੰਦਗੀ ਕਰਦੇ ਹੋਏ ਖੁਦ ਵੱਲੋਂ ਹੋਏ ਜਾਣੇ ਅਣਜਾਣੇ ਵਿੱਚ ਹੋ ਗਏ ਕਿੰਨੇ ਸਾਰੇ ਪਾਪ ਤੇ ਗੁਨਾਹ ਚੇਤੇ ਕਰਕੇ ਰੋਣ ਲੱਗ ਪਿਆ ਕਰ। ਰੱਖੋ ਵਾਹਿਗੁਰੂ। ਜਦੋਂ ਇਕਾਂਤ ਵਿੱਚ ਬੰਦਗੀ ਕਰਨ ਬਹਿਣਾ ਹੈ ਨਾ, ਬੰਦਗੀ ਕਰਦਿਆਂ ਜਾਣੇ ਅਣਜਾਣੇ ਕੁਝ ਹੁੰਦੇ ਨੇ ਪਾਪ, ਬੰਦਾ ਜਾਣ ਬੁੱਝ ਕੇ ਕਰਦਾ, ਪਤਾ ਹੁੰਦਾ ਇਹ ਗਲਤ ਹੈ ਪਰ ਫਿਰ ਵੀ ਕਰਦਾ। ਪਰ ਕੁਝ ਪਾਪ ਨੇ ਜਿਹੜੇ ਅਚਨਚੇਤ ਹੁੰਦੇ ਨੇ, ਅਚਨਚੇਤ। ਉਹ ਡਾਕਟਰ ਕੀ ਕਹਿੰਦਾ, ਕਹਿੰਦਾ ਪੁੱਤਰਾ ਬੰਦਗੀ ਕਰਦੇ ਸਮੇਂ ਜਾਣੇ ਅਣਜਾਣੇ ਵਿੱਚ ਆਪਣੇ ਕੀਤੇ ਹੋਏ ਪਾਪ, ਆਪਣੇ ਕੀਤੇ ਹੋਏ ਗੁਨਾਹ ਚੇਤੇ ਕਰਕੇ ਨਾ ਗੁਰ ਪਰਮੇਸ਼ਰ ਦੇ ਸੁਰਤੀ ਨਾਲ ਚਰਨ ਘੁੱਟ ਕੇ ਫੜ ਕੇ
ਰੋਣਾ ਸ਼ੁਰੂ ਕਰ ਦਿਆ ਕਰ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਕੇ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਕਈ ਤੇ ਪਿਆਰ ਵਾਲੀਆਂ ਰੂਹਾਂ ਹੁੰਦੀਆਂ ਨੇ, ਕਈ ਵਾਰੀ ਸੰਗਤ ਵਿੱਚ ਬੈਠੀਆਂ ਹੋਣ, ਕੀਰਤਨ ਸੁਣਦੀਆਂ ਹੋਣ, ਉਹ ਰੂਹਾਂ ਕਥਾ ਸੁਣਦੀਆਂ ਹੋਣ, ਸਹਿਜ ਸੁਭਾਏ ਆਪ ਮੁਹਾਰੇ ਕਿ ਉਹਨਾਂ ਦੇ ਨੈਣਾਂ ਦੇ ਵਿੱਚੋਂ ਨੀਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਸਹਿਜ ਸੁਭਾਏ ਜੇ ਨੀਰ ਵਗ ਰਿਹਾ ਹੈ ਨਾ, ਇਹਦਾ ਵੀ ਬੜਾ ਵੱਡਾ ਲਾਭ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ। ਕਹਿੰਦੇ ਇੱਕ ਨਿਕਲਿਆ ਹੋਇਆ ਅਥਰੂ ਬੈਰਾਗ ਦਾ ਤੇਰੇ ਕਈ ਜਨਮਾਂ ਦੇ ਪਾਪ ਮਾਂਜ ਕੇ ਜਾਂਦਾ ਹੈ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਮੰਨ ਲਓ ਉਦਾਂ ਬੈਰਾਗ ਨਹੀਂ ਆ ਰਿਹਾ, ਇਹ ਡਾਕਟਰ ਨੇ ਕਿੰਨੀ ਸੋਹਣੀ ਗੱਲ ਕਹੀ ਉਸ ਬੱਚੇ ਨੂੰ, ਉਸ ਨੌਜਵਾਨ ਨੂੰ। ਕਹਿੰਦਾ ਜਦੋਂ ਬੰਦਗੀ ਵਿੱਚ ਬਹਿਣਾ ਹੈ ਨਾ, ਬੰਦਗੀ ਵਿੱਚ ਬਹਿ ਕੇ ਜਾਣੇ ਅਣਜਾਣੇ ਵਿੱਚ ਕੀਤੇ ਹੋਏ ਗੁਨਾਹ ਚੇਤੇ ਕਰਕੇ ਨਾ, ਗੁਰ ਪਰਮੇਸ਼ਰ ਦੇ ਚਰਨ ਸੁਰਤੀ ਨਾਲ ਫੜ ਕੇ ਰੋਣਾ ਸ਼ੁਰੂ ਕਰ ਦਿਆ ਕਰ। ਰੋਣਾ ਤੇ ਕਦੀ ਕਦੀ ਨਾ, ਜੇ ਮੰਨ ਲੈ ਹੁਣ ਬੰਦਗੀ 'ਚ ਨਹੀਂ ਵੀ ਬੈਠਾ, ਤੇ ਕਦੀ ਕਦੀ ਇਉਂ ਵੀ ਕਰਿਆ ਕਰ ਜੀ। ਕਿਵੇਂ ਕਰਿਆ ਕਰ? ਕਹਿੰਦੇ ਕਦੀ ਕਦੀ ਏਦਾਂ ਵੀ ਕਰ ਲਿਆ ਕਰ, ਜਦੋਂ ਸ਼ੀਸ਼ੇ ਦੇ ਸਾਹਮਣੇ ਖੜਾ ਹੁੰਨਾ ਹੈ ਨਾ, ਜਦੋਂ ਸ਼ੀਸ਼ੇ ਸਾਹਮਣੇ ਤੂੰ ਖਲੋਤਾ ਆਪਣਾ ਚਿਹਰਾ ਵੇਖਿਆ ਹੀ ਨਾ, ਚਿਹਰੇ ਵੱਲ ਵੇਖ ਕੇ ਉਹਦੇ ਸ਼ੁਕਰਾਨੇ ਵਿੱਚ ਰੋਣਾ ਸ਼ੁਰੂ ਕਰ ਦਿਆ ਕਰ। ਦਾਤਿਆ ਸ਼ੁਕਰ ਹੈ ਮੈਨੂੰ ਰੂਪ ਬੜਾ ਸੋਹਣਾ ਦਿੱਤਾ ਹੀ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਕਦੀ ਕਦੀ ਏਦਾਂ ਵੀ ਬੈਰਾਗ ਕਰ ਲਿਆ ਕਰ ਜੀ। ਕਿੱਦਾਂ? ਕਹਿੰਦੇ ਰੋਟੀ ਖਾਣ ਲੱਗਾ, ਰੋਟੀ ਖਾਣ ਤੋਂ ਪਹਿਲਾਂ ਰੋਟੀ ਵੱਲ ਵੇਖ ਕੇ, ਸਬਜ਼ੀ ਵੱਲ ਵੇਖ ਕੇ, ਪਦਾਰਥਾਂ ਵੱਲ ਵੇਖ ਕੇ ਉਹਦੇ ਸ਼ੁਕਰਾਨੇ ਵਿੱਚ ਬੈਰਾਗ ਕਰ ਲਿਆ ਕਰ ਕਿ ਦਾਤਿਆ ਸ਼ੁਕਰ ਹੈ ਤੂੰ ਮੈਨੂੰ ਖਾਣ ਨੂੰ ਸੋਹਣੇ ਪਦਾਰਥ ਦਿੱਤੇ ਹੀ, ਨਹੀਂ ਤੇ ਉਹ ਵੀ ਤੇ ਕਹਿਣ ਜਿਹੜੇ ਭੁੱਖੇ ਮਰਦੇ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਇਹ ਡਾਕਟਰ ਨੇ ਬੜੀ ਪਿਆਰੀ ਗੱਲ ਕਹੀ ਉਸ ਨੌਜਵਾਨ ਨੂੰ। ਕਹਿੰਦਾ ਜਦੋਂ ਬੰਦਗੀ 'ਚ ਬਹਿਣਾ, ਬੰਦਗੀ ਵਿੱਚ ਬੈਠਦੇ ਆ, ਜਾਣੇ ਅਣਜਾਣੇ ਵਿੱਚ ਜਿਹੜੇ ਤੂੰ ਗੁਨਾਹ ਕੀਤੇ ਨੇ ਨਾ, ਜਿਹੜੇ ਪਾਪ ਕੀਤੇ ਨੇ, ਉਹ ਪਾਪਾਂ ਨੂੰ ਯਾਦ ਕਰਕੇ ਰੋਣਾ ਸ਼ੁਰੂ ਕਰ ਦਿਆ ਕਰ। ਕਦੀ ਕਦਾਈ ਰੋਣਾ ਚੰਗੀ ਗੱਲ ਹੁੰਦੀ ਹੈ, ਇਹਦੇ ਨਾਲ ਅੱਖਾਂ ਠੀਕ ਰਹਿੰਦੀਆਂ ਨੇ। ਡਾਕਟਰ ਕਹਿ ਰਿਹਾ ਅੱਖਾਂ ਦੀ ਖੁਸ਼ਕੀ ਖਤਮ ਹੋ ਜਾਂਦੀ, ਅੱਖਾਂ ਦਾ ਰੁੱਖਾਪਨ ਮੁੱਕ ਜਾਂਦਾ ਹੈ। ਤੇ ਉਹ ਨੌਜਵਾਨ ਨਾ ਆਪਣੀ ਲਿਖਤ 'ਚ ਲਿਖਦਾ ਹੈ, ਕਹਿੰਦਾ ਜਦੋਂ ਇਹ ਰੂਹਾਨੀ ਜਵਾਬ ਮੈਂ ਸੁਣਿਆ ਨਾ ਡਾਕਟਰ ਦਾ, ਰੂਹਾਨੀ ਜਵਾਬ, ਤੇ ਉਸ ਵੇਲੇ ਮੈਂ ਇੱਕਦਮ ਸੁੰਨ ਹੋ ਗਿਆ ਤੇ ਮੈਨੂੰ ਏਦਾਂ ਮਹਿਸੂਸ ਹੋਣ ਲੱਗ ਪਿਆ ਕਿ ਇਹ ਮੇਰਾ ਇਲਾਜ ਕਰਨ ਵਾਲਾ ਡਾਕਟਰ ਨਹੀਂ ਹੈ। ਕਹਿੰਦਾ ਮੈਨੂੰ ਏਦਾਂ ਮਹਿਸੂਸ ਹੋਣਾ ਸ਼ੁਰੂ ਹੋਇਆ ਜਿਵੇਂ ਮੈਨੂੰ ਛੋਟੇ ਹੁੰਦਿਆਂ ਮੇਰੇ ਦਾਦਾ ਜੀ ਬਾਣੀ ਪੜਨ ਵੱਲ, ਸਿਮਰਨ ਕਰਨ ਵੱਲ ਪ੍ਰੇਰਨਾ ਦਿੰਦੇ ਸੀ ਨਾ। ਕਹਿੰਦੇ ਮੈਨੂੰ ਏਦਾਂ ਫੀਲਿੰਗ ਆਉਣੀ ਸ਼ੁਰੂ ਹੋਈ, ਇਹ ਡਾਕਟਰ ਨਹੀਂ, ਮੈਨੂੰ ਤੇ ਲੱਗਦਾ ਮੇਰੇ ਦਾਦਾ ਜੀ ਫਿਰ ਮੈਨੂੰ ਸਮਝਾ ਰਹੇ ਨੇ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ।